चलो फर्स्ट टॉपिक अपना है इंटरप्रेन्योरशिप। पहला गल करते हैं इंटरप्रेन्योर। इंटरप्रेन्योर वो पर्सन होंदा वा जिहड़ा अपनी स्किल दे नाल बिजनेस स्टार्ट करदा। इंटरप्रेन्योरशिप एक उदां ही कला होगी भी जिहड़ा पर्सन जिन्हां कोल स्किल्स हुंदियां ने और अपना पैसा लगा के अपना बिजनेस स्टार्ट कर देंगे, इदां दी प्रोसैस नूं आपां इंटरप्रेन्योरशिप ही कहने हैं। बहुत सारे लोग इदां दे बिजनेस करते हैं, लेकिन ये जिहड़े पर्सन होंदे ने इंटरप्रेन्योर, इन्हां दी स्किल बहुत ज्यादा होंदियां ने। काफी दूर तक सोचने वाले पर्सन मीन डिसीजन मेकर भी कह सकते हैं। काफी ज्यादा स्किल्स होंदी हैं पर्सन को। इदां दे पर्सन जो अपना बिजनेस खुद ही स्टार्ट कर लेंदे ने, किसी दी मतलब सहायता लए बिना। उन्होंने अपनी स्किल कुछ इनोवेटिव लेके आंदे ने। ये नहीं कि किसी चलता हुआ बिजनेस स्टार्ट कर लेंदे, बिजनेस स्टार्ट करते हैं, कुछ अलग तो करके दिखाते हैं। गवर्नमेंट भी इन्होंने सबसिडीज वगैरह प्रोवाइड कर देंगे। ਇਹਦਾ ਇੰਟਰਪ੍ਰੀਨਿਓਰਸ਼ਿਪ ਦੇ ਫਾਇਦੇ ਕੀ ਹੈਗੇ ਨੇ? ਕ੍ਰੀਏਟ ਵੈਲਥ ਫॉर ਨੇਸ਼ਨ ਫॉर ਇੰਡੀਵਿਜੂਅਲ ਐਜ਼ ਵੈਲ। ਸਿੰਗਲ ਪਰਸਨਸ ਲਈ ਵੀ ਵੈਲਥ ਨਿਕਲ ਕੇ ਆਉਂਦੀ ਹੈ, ਨੇਸ਼ਨ ਲੈਵਲ ਤੇ ਵੀ। ਕਿਉਂਕਿ ਜਦੋਂ ਨਵਾਂ ਪਰਸਨ ਆਊਗਾ, ਕੋਈ ਇਨੋਵੇਟਿਵ ਸਕਿੱਲਸ ਨਾਲ ਬਿਜ਼ਨਸ ਸਟਾਰਟ ਕਰੂਗਾ, ਕੋਈ ਨਿਊ ਪ੍ਰੋਡਕਟ ਹੀ ਬਣਾਊਗਾ, ਤਾਂ ਗਵਰਨਮੈਂਟ ਵੀ ਉਹਨੂੰ ਅੱਗੇ ਜ਼ਰੂਰ ਲੈ ਕੇ ਆਉਂਦੀ ਹੈਗੀ ਹੈ। ਸੈਕਿੰਡ, ਪ੍ਰੋਵਾਈਡ ਇੰਪਲੋਇਮੈਂਟ ਟੂ ਦੀ ਹਿਊਜ ਮਾਸ ਆਫ ਪੀਪਲ। ਬਹੁਤ ਜ਼ਿਆਦਾ ਲੋਕਾਂ ਨੂੰ ਇੰਪਲੋਇਮੈਂਟ ਵੀ ਮਿਲ ਜਾਂਦੀ ਹੈ। ਜਿਹੜੇ ਲੋਕ ਬੇਰੁਜ਼ਗਾਰ ਘੁੰਮ ਰਹੇ ਹੁੰਦੇ ਨੇ, ਉਹਨਾਂ ਨੂੰ ਜੌਬਸ ਵਗੈਰਾ ਮਿਲ ਜਾਂਦੀਆਂ, ਕਿਉਂਕਿ ਜਦੋਂ ਨਵਾਂ ਬਿਜ਼ਨਸ ਸਟਾਰਟ ਹੋਣਾ, ਉਹਨਾਂ ਨੇ ਪਰਸਨ ਦਾ ਨਾਲ ਆਪਣੇ ਨਾਲ ਰੱਖਣਾ ਹੀ ਹੁੰਦੇ ਨੇ। contributed towards research and development system। ਹਮੇਸ਼ਾ ਕਹਿੰਦਾ ਹੈ ਰਿਸਰਚ ਆਰਡੀ ਡਿਪਾਰਟਮੈਂਟ ਨਾਲ ਹਮੇਸ਼ਾ ਡੀਲ ਕਰਦੇ ਨੇ। ਇਹਦੇ ਵਿੱਚ ਇਹਨਾਂ ਦਾ ਕੰਟਰੀਬਿਊਸ਼ਨ ਕਿਉਂਕਿ ਜਦੋਂ ਕੋਈ ਨਵਾਂ ਪਰਸਨ ਆਣਾ ਹੈ, ਕੋਈ ਇਨੋਵੇਟਿਵ ਸਕਿੱਲ ਨਾਲ ਬਿਜ਼ਨਸ ਸਟਾਰਟ ਹੋਊਗਾ, ਤਾਂ ਉਹਨਾਂ ਦਾ ਪ੍ਰੋਡਕਟ ਹਮੇਸ਼ਾ ਆਈਟੀ ਸੈਕਟਰ ਨੂੰ ਨਾਲ ਲੈ ਕੇ ਹੀ ਚੱਲਦਾ। ਉਹਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਪ੍ਰੋਪਰ ਹੁੰਦੀ ਰਹਿੰਦੀ ਹੈ। ਚੈਲੰਜਿੰਗ ਓਪਰਚੁਨਿਟੀ ਫॉर ਦੀ ਪੀਪਲ। ਇਹ ਜਿਹੜੀ ਇੰਟਰਪ੍ਰੀਨਿਓਰਸ਼ਿਪ ਹੈ, ਜਿਹੜੇ ਲੋਕ ਇਹ ਬਿਜ਼ਨਸ ਸਟਾਰਟ ਕਰਦੇ ਉਹਨਾਂ ਲਈ ਚੈਲੰਜਿੰਗ ਜੋਬ ਹੈ ਇੱਕ ਤਰ੍ਹਾਂ ਦੀ। ਕਿਉਂਕਿ ਹਰ ਕੋਈ ਪਰਸਨ ਸਟਾਰਟ ਕਰਕੇ ਬਿਜ਼ਨਸ ਨੂੰ ਅੱਗੇ ਲੈ ਜਾਊਗਾ ਜ਼ਰੂਰੀ ਨਹੀਂ ਹੁੰਦਾ। ਜਿਹਦੇ ਕੋਲ ਬੈਸਟ ਸਕਿੱਲਸ ਹੁੰਦੀ ਨੇ ਉਹੀ ਅੱਗੇ ਜਾ ਸਕਦਾ ਹੈ। ਇੰਟਰਪ੍ਰੀਨਿਓਰਸ਼ਿਪ ਪ੍ਰੋਵਾਈਡ ਸੈਲਫ ਸਫੀਸ਼ੀਐਂਸੀ। ਜਦੋਂ ਵੀ ਕੋਈ ਇੰਟਰਪ੍ਰੀਨਿਓਰ ਪਰਸਨ ਆਉਂਦਾ ਹੈ, ਅਗਰ ਇਦਾਂ ਦਾ ਬਿਜ਼ਨਸ ਸਟਾਰਟ ਕਰਦਾ ਹੈਗਾ ਵੀ ਆਪਣੀ ਇਨੋਵੇਟਿਵ ਸਕਿੱਲ ਨਾਲ, ਤਾਂ ਉਹਨੂੰ ਆਪਣੇ ਆਪ ਨੂੰ ਸੈਲਫ ਸੰਤੁਸ਼ਟੀ ਮਿਲ ਜਾਂਦੀ। ਮੀਨਸ ਆਪਣੇ ਆਪ ਤੋਂ ਸਹਿਮਤ ਹੁੰਦਾ ਕਿ ਜੋ ਮੈਂ ਕੰਮ ਕਰ ਰਿਹਾ ਹਾਂ ਬਿਲਕੁਲ ਸਹੀ ਕਰ ਰਿਹਾ। ਸਕਾਈ ਸਟ੍ਰੈਕਿੰਗ ਹਾਈਟਸ ਆਫ ਅਪਾਰਟਮੈਂਟ। ਇਹਦੇ ਵਿੱਚ ਹਮੇਸ਼ਾ ਕਹਿੰਦਾ ਇਹ ਨਹੀਂ ਸੋਚਿਆ ਜਾਂਦਾ ਵੀ ਅਸੀਂ ਬਿਜ਼ਨਸ ਸਟਾਰਟ ਕਰ ਲਾਂਗੇ ਵੀ ਅੱਗੇ ਕਿੰਨਾ ਕੁ। ਹਮੇਸ਼ਾ ਦੂਰ ਦੀ ਸੋਚਣਾ ਚੱਲਿਆ ਜਾਂਦਾ ਹੈਗਾ। ਅਸੀਂ ਸੋਚਦੇ ਹਾਂ ਕਿ ਬਹੁਤ ਹੀ ਜਲਦੀ ਅਸਮਾਨ ਛੂਹਣ ਦੀ ਗੱਲ ਵੀ ਕਰਦੇ ਹੁੰਦੇ ਹਾਂ। ਇਹ ਬਿਜ਼ਨਸ ਇਦਾਂ ਦੇ ਸਟਾਰਟ ਹੁੰਦੇ ਕਿਉਂਕਿ ਜਿਹੜਾ ਪਰਸਨ ਆਇਆ ਹੁੰਦਾ ਉਹਦੇ ਕੋਲ ਬਹੁਤ ਜ਼ਿਆਦਾ ਇੱਕ ਤਰ੍ਹਾਂ ਕਲਾ ਵੀ ਹੁੰਦੀ। ਜਿਵੇਂ ਜਦ ਉਹਦੇ ਕੋਲ ਇੱਕ ਨਵਾਂ ਪ੍ਰੋਡਕਟ ਹੁੰਦਾ, ਕਹਿੰਦਾ ਮੈਂ ਮਾਰਕੀਟ ਚ ਆਊਂਗਾ ਤਾਂ ਮੈਂ ਮਾਰਕੀਟ ਚ ਬਹੁਤ ਕੁਝ ਬੈਸਟ ਕਰਕੇ ਦਿਖਾ ਦੂੰਗਾ, ਤਾਂ ਉਹਨਾਂ ਦੀ ਸੋਚ ਇਹ ਹੁੰਦੀ ਕਿ ਅਸੀਂ ਬਹੁਤ ਜਲਦੀ ਆਪਣੇ ਬਿਜ਼ਨਸ ਨੂੰ ਉੱਪਰ ਤੱਕ ਲੈ ਜਾਵਾਂਗੇ। ਉਸ ਤੋਂ ਬਾਅਦ ਤੁਹਾਡੇ ਕੋਲ ਆਉਂਦਾ ਉਸਦੇ ਵਿੱਚ ਕਰੈਕਟਰਿਸਟਿਕ ਆਫ ਇੰਟਰਪ੍ਰੀਨਿਓਰ। ਇੰਟਰਪ੍ਰੀਨਿਓਰ ਜਿਹੜਾ ਪਰਸਨ ਹੈ ਉਹਦੇ ਕਰੈਕਟਰਿਸਟਿਕ ਕੀ ਨੇ? ਸਭ ਤੋਂ ਪਹਿਲਾਂ ਹੈਗਾ ਸਪੈਸ਼ਲੀ ਸਕਿੱਲਫੁਲ ਪਰਸਨ। ਇਦਾਂ ਦੇ ਜਿਹੜੇ ਪਰਸਨ ਹੋਣਗੇ ਉਹ ਹਮੇਸ਼ਾ ਸਕਿੱਲਫੁਲ ਪਰਸਨ ਹੁੰਦੇ ਨੇ। ਉਹਨਾਂ ਦੀ ਆਪਣੀ ਹੀ ਸਕਿੱਲਸ ਹੁੰਦੀਆਂ ਨੇ, ਕੁਝ ਨया ਕਰਕੇ ਹੀ ਦਿਖਾਉਂਦੇ ਨੇ। ਐਂਡ ਇਨੋਵੇਟਰ। ਇਨੋਵੇਟਰ ਦਾ ਮਤਲਬ ਕੀ ਹੁੰਦਾ ਹੈ? ਕੁਝ ਨया ਫਾਈਂਡ ਕਰਕੇ ਆਣਾ। ਮੀਨਸ ਜੋ ਪ੍ਰੋਡਕਟ ਬਣ ਰਹੇ ਨੇ ਉਹਦੇ ਵਿੱਚ ਕੁਝ ਨਾ ਕੁਝ ਚੇਂਜਸ ਕਰਨਾ, ਜਾਂ ਕੁਝ ਇਦਾਂ ਦਾ ਪ੍ਰੋਡਕਟ ਮਾਰਕੀਟ ਚ ਆਣਾ ਜਿਹੜੇ ਸਭ ਲੋਕਾਂ ਨੂੰ ਪਸੰਦ ਵੀ ਕਰਨ। ਪ੍ਰੋਵਾਈਡਿੰਗ ਕੰਪਲੀਟਨੈਸ ਆਫ ਦੀ ਫੈਕਟਰ ਆਫ ਪ੍ਰੋਡਕਸ਼ਨਸ। ਪ੍ਰੋਡਕਸ਼ਨ ਦੇ ਵਿੱਚ ਜਿੰਨੇ ਵੀ ਫੈਕਟਰ ਨੇ ਉਹਨਾਂ ਨੂੰ ਸਾਰਿਆਂ ਨੂੰ ਕੰਪਲੀਟ ਕਰਦੇ ਨੇ। ਇਹ ਨਹੀਂ ਕਿ ਸਿਰਫ ਗ੍ਰਾਫ ਬਣਾ ਕੇ ਦਿਖਾਤਾ ਵੀ ਆਪਣਾ ਪ੍ਰੋਡਕਟ ਇਸ ਤਰ੍ਹਾਂ ਬਣੂਗਾ। ਉਹ ਸਾਰੇ ਦੇ ਸਾਰੇ ਫੈਕਟਰ ਨੂੰ ਨਾਲ ਲੈ ਕੇ ਚੱਲਦੇ ਨੇ ਔਰ ਕੰਪਲੀਟ ਪ੍ਰੋਡਕਟ ਬਣਾ ਕੇ ਮਾਰਕੀਟ 'ਚ ਲੈ ਕੇ ਆਉਂਦੇ। ਡਿਸੀਜਨ ਮੇਕਿੰਗ ਪਰਸਨਸ। ਹਮੇਸ਼ਾ ਜਿਹੜੇ ਇੰਟਰਪ੍ਰੀਨਿਓਰ ਹੋਣਗੇ ਉਹ ਡਿਸੀਜਨ ਮੇਕਿੰਗ ਪਰਸਨ ਹੋਣਗੇ। ਜਿੱਥੇ ਲੋੜ ਪੈਂਦੀ ਹੈ ਖੁਦ ਹੀ ਡਿਸੀਜਨ ਲੈਂਦੇ ਹੈਗੇ ਨੇ। मैन ऑफ क्रिएटिव पर्सनैलिटी। हमेशा क्रिएटिव पर्सनैलिटी वाले पर्सन होंगे। क्रिएटिव का मतलब कुछ अलग तो करने वाले। ये नहीं कि अपनी पर्सनैलिटी अगे लेके आते हैं, कुछ अलग करके ही खुद अपने आप ही अगे आ जाते हैं। मीनस उन्होंने बिजनेस की इंप्रूवमेंट अपने आप ही होती रहती है। ये बेसिक प्लान मेकर। हमेशा प्लान मेकर होंगे। जिथे लोड़ पैंदी है प्लान बना के नाल दी नाल प्रॉब्लम सॉल्व कर लेंगे। पॉइनर ऑफ इकोनॉमिक डिवेलपमेंट। ये इकोनॉमिक डिवेलपमेंट के पॉइनर भी होंगे। किस तरह? क्योंकि जब इन्होंने बिजनेस स्टार्ट करना है, कुछ नवा प्रोडक्ट लेके आएंगे, गवर्नमेंट भी उस चीज अगे लेके आती है, प्लस उन्हें GDP इंप्लॉयमेंट भी जनरेट होएगी, हर एक परसन की इनकम भी जनरेट होएगी। तो ये असी कह सकते हैं इकोनॉमिक डिवेलपमेंट पॉइनर का काम करते हैं। डायनेमिक लीडर्स। सब नूं अपने नाल जोड़ के चलने वाले परसन होंगे ने। इन्हां कोल इदां दे वर्ड्स ही इदां दे हुंदे ने भी सारे परसन ऑटोमोट दे नाल जुड़ जांदे ने, काम भी करदे ने। क्रिएटर ऑफ वेल्थ। ये पॉइंट द्वारा आ गए इंडिविजुअल ਲਈ ਵੀ प्लस अपने आप ਲਈ भी वेल्थ ਨੂੰ जनरेट करते हैं, प्लस इकोनॉमिक डिवेलपमेंट भी ਵਿੱਚ ਵੀ हेल्प होंगे ने। सैल्फ कॉन्फिडेंट एंड एंबिशियस। हमेशा अपने ऊपर ही उन्होंने कॉन्फिडेंट होता है भी असं जो काम कर रहे हैं बिल्कुल सही कर रहे हैं। रिस्क बियर। रिस्क बियर मतलब कितने भी कोई नुकसान हो, नुकसान होने तो डरते नहीं है। क्योंकि जब तक ये हमेशा बिजनेस स्टार्ट करते हैं पॉजिटिव सोच के भी असं बिजनेस करांगे, असं बिजनेस टॉप तक ले जाएंगे। कई बार बिजनेस कोई प्रॉब्लम्स आ जाती हैं, थोड़ा बहुत लॉस भी होता है, तो उन्होंने सफर भी करते हैं। एडवेंचर। एडवेंचर का मतलब क्या होता है? अलग अलग मीनस कुछ ना कुछ अलग तो करना। मीनस जिवें प्रोस एंड कॉन मैटर्स। ये कभी नहीं देखते कि किहड़ी चीज मैंने फायदा किहदी नुकसान है। हमेशा सिर्फ पॉजिटिव चल के प्रोस एंड कॉन का मतलब फायदा नुकसान से होंगे ने। हमेशा कोशिश करते हैं कि ਜਿਹੜੇ ਪਰਸਨ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਵੀ ਆਬਜੈਕਟਿਵ ਕੰਪਲੀਟ ਹੋਣ ਔਰ ਸਾਡੇ ਅਸੀਂ ਜਿਹੜੇ ਆਪਣੇ ਆਬਜੈਕਟਿਵ ਲੈ ਕੇ ਚੱਲਦੇ ਹਾਂ ਬਿਜ਼ਨਸ ਵਿੱਚ ਉਹ ਵੀ ਕੰਪਲੀਟ ਹੋਣ। ਫਾਇਦੇ ਨੁਕਸਾਨ ਨੂੰ ਨਹੀਂ ਸੋਚਦੇ ਹੈਗੇ, ਹਮੇਸ਼ਾ ਪੋਜ਼ਿਟਿਵ ਹੁੰਦੇ ਨੇ ਵੀ ਅਸੀਂ ਆਪ ਤੱਕ ਹੀ ਜਾਣਾ ਹੈਗਾ।
ਇੰਟਰਪ੍ਰੀਨਿਓਰਸ਼ਿਪ ਨੂੰ ਕਹਿੰਦਾ ਕਿਹੜੇ ਫੈਕਟਰ ਨੇ ਜਿਹੜੇ ਪ੍ਰਭਾਵਿਤ ਕਰਦੇ ਨੇ। ਸਭ ਤੋਂ ਪਹਿਲਾ ਫੈਕਟਰ ਹੈਗਾ ਐਜੂਕੇਸ਼ਨਲ। ਐਜੂਕੇਸ਼ਨ ਹਮੇਸ਼ਾ ਹਰ ਇੱਕ ਪਰਸਨ ਲਈ ਜ਼ਰੂਰੀ ਹੈ। ਇੰਟਰਪ੍ਰੀਨਿਓਰ ਉਹੀ ਪਰਸਨ ਕਹਿੰਦੇ ਬਣਦੇ ਹਨ ਜਿਹਨਾਂ ਕੋਲ ਬੈਸਟ ਐਜੂਕੇਸ਼ਨ ਹੁੰਦੀ ਹੈ। ਸੈਕੰਡ, ਲੀਗਲ ਵੀ ਪ੍ਰਭਾਵਿਤ ਕਰਦੇ, ਕਿਉਂਕਿ ਗਵਰਨਮੈਂਟ ਦੇ ਰੂਲ ਵੀ ਕਈ ਵਾਰ ਇਦਾਂ ਦੇ ਆ ਜਾਂਦੇ ਨੇ। ਕਈ ਵਾਰ ਇੰਟਰਪ੍ਰੀਨਿਓਰ ਪਰਸਨ ਜਿਹੜੇ ਬਹੁਤ ਸਾਰੇ ਇਦਾਂ ਦੇ ਲੋਕ ਹੁੰਦੇ ਨੇ, ਕੁਝ ਲੋਕ ਗਵਰਨਮੈਂਟ ਦੇ ਰੂਲ ਕਰਕੇ ਹੀ ਆਪਣੇ ਬਿਜ਼ਨਸ ਨੂੰ ਸਟਾਰਟ ਨਹੀਂ ਕਰ ਪਾਉਂਦੇ ਹੈਗੇ। ਕਈ ਵਾਰ ਕਿਉਂਕਿ ਗਵਰਨਮੈਂਟ ਦੇ ਰੂਲਸ, ਟੈਕਸਿਸ ਵਗੈਰਾ ਇੰਨੇ ਬਰਡਨ ਜ਼ਿਆਦਾ ਹੋ ਜਾਂਦੇ ਨੇ, ਤਾਂ ਕਰਕੇ ਉਹ ਪਿੱਛੇ ਹੀ ਰਹਿ ਜਾਂਦੇ ਨੇ। ਇਨਫਰਾਸਟ੍ਰਕਚਰ ਦੀ ਪ੍ਰੋਪਰ ਫੈਸਿਲਿਟੀ ਨਾ ਹੋ ਬਣਾ ਕਈ ਜਗ੍ਹਾ ਤੇ ਉੱਥੇ ਇੰਟਰਪ੍ਰੀਨਿਓਰ ਨਹੀਂ ਬਣਦੇ ਹੈਗੇ। ਜਿਵੇਂ ਐਗਜ਼ਾਮਪਲ ਲਈਏ, ਕਈ ਵਾਰ ਪਿੰਡਾਂ ਦੇ ਵਿੱਚ ਵੀ ਜਿਵੇਂ ਵਿਲੇजेस ਨੇ, ਬਹੁਤ ਜਗ੍ਹਾ ਇਦਾਂ ਦੀਆਂ ਜਗ੍ਹਾ ਹੈਗੀਆਂ ਨੇ ਜਿੱਥੇ ਹਾਲੇ ਵੀ ਬਹੁਤ ਪ੍ਰੋਬਲਮਸ ਹੈਗੀਆਂ, ਲੇਕਿਨ ਉੱਥੇ ਪਰਸਨਸ ਇਦਾਂ ਦੇ ਬੈਠੇ ਨੇ, ਉਹਨਾਂ ਕੋਲ ਸਕਿੱਲਸ ਬਹੁਤ ਨੇ, ਬਿਜ਼ਨਸ ਚਲਾ ਵੀ ਸਕਦੇ ਨੇ, ਲੇਕਿਨ ਨਾ ਇਨਫਰਾਸਟ੍ਰਕਚਰ ਕਰਕੇ ਉਹ ਬਿਜ਼ਨਸ ਪ੍ਰੋਪਰ ਨਹੀਂ ਚਲਾ ਸਕਦੇ। ਨਾ ਸਰ ਟ੍ਰਾਂਸਪੋਰਟ ਦੀ ਫੈਸਿਲਿਟੀ ਹੋਊਗੀ, ਨਾ ਹੀ ਜਿੱਦਾਂ ਇਹਨਾਂ ਨੇ ਲਿਖਿਆ। ਹਾਂ, ਉਹੀ ਚੀਜ਼ ਹੋਗੀ। ਉਸ ਤੋਂ ਬਾਅਦ ਲਿਖਿਆ ਇੰਸਟੀਟਿਊਸ਼ਨ ਦਾ ਮਤਲਬ ਹੋ ਗਿਆ ਕਿ ਇਹਨਾਂ ਨੂੰ ਪ੍ਰੋਪਰ ਲਾਈਨ ਹੀ ਨਹੀਂ ਮਿਲਦੀ ਹੈਗੀ ਮੈਨੂਫੈਕਚਰਿੰਗ ਦੀ, ਜਾਂ ਫਿਰ ਟਾਈਮ ਤੇ ਰॉ ਮਟੀਰੀਅਲ ਨਹੀਂ ਮਿਲਦਾ ਹੈਗਾ। ਕਈ ਵਾਰ ਇਦਾਂ ਇੰਟਰਪ੍ਰੀਨਿਓਰ ਪਰਸਨ ਆਉਂਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਰਿਕੁਆਇਰਮੈਂਟ ਹੁੰਦੀ ਹੈ ਉਸ ਜਗ੍ਹਾ ਤੇ ਮਿਲਦੀ ਨਹੀਂ ਹੈਗੀ, ਜਿਸ ਕਰਕੇ ਉਹ ਫੇਲ ਹੋ ਜਾਂਦੇ ਨੇ ਬਿਜ਼ਨਸ ਸਟਾਰਟ ਕਰਨ ਦੇ ਵਿੱਚ। ਫਾਈਨੈਂਸ਼ੀਅਲ, ਜਦੋਂ ਕੋਈ ਇੰਟਰਪ੍ਰੀਨਿਓਰ ਪਰਸਨ ਆਉਂਦਾ ਹੈ ਹਮੇਸ਼ਾ ਫਾਈਨਾਂਸ ਵੀ ਇਸ ਚੀਜ਼ ਨੂੰ ਅਫੈਕਟ ਕਰਦਾ ਹੁੰਦਾ ਹੈ, ਕਿਉਂਕਿ ਫਾਈਨਾਂਸ ਅਗਰ ਪ੍ਰੋਪਰ ਹੋਊਗਾ ਉਹਨਾਂ ਕੋਲ ਤਾਂ ਬਿਜ਼ਨਸ ਚੱਲ ਜਾਂਦਾ ਹੈ। ਕਈ ਵਾਰ ਕੁਝ ਪਰਸਨਸ ਫਾਈਨਾਂਸ ਬੇਸ ਤੇ ਵੀ ਆਪਣਾ ਬਿਜ਼ਨਸ ਸਟਾਰਟ ਨਹੀਂ ਕਰ ਪਾਉਂਦੇ। ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਵੀ ਨੇ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਲੇਕਿਨ ਉਹ ਬਿਜ਼ਨਸ ਸਟਾਰਟ ਨਹੀਂ ਕਰ ਪਾਉਂਦੇ ਹੈਗੇ। ਉਸ ਤੋਂ ਸੋਚ ਲਓ ਸਰ, ਆਪਾਂ ਸੋਚਦੇ ਹਾਂ ਬਿਜ਼ਨਸ ਸਟਾਰਟ ਕਰਾਂਗੇ, ਆਪਣੇ ਕੋਲ ਪੈਸੇ ਨਹੀਂ। ਉਸ ਤੋਂ ਬਾਅਦ ਪ੍ਰੋਸੀਜਰਲ ਦਾ ਮਤਲਬ ਕੀ ਹੈ, ਆਪਣੇ ਗਵਰਨਮੈਂਟ ਦੇ ਆਫਿਸ ਹੋ ਗਏ ਜਾਂ ਗਵਰਨਮੈਂਟ ਦੇ ਇੰਡਸਟਰੀਅਲ ਡਿਸਪਿਊਟਸ ਹੋ ਗਏ, ਉਹਨਾਂ ਦੇ ਪ੍ਰੋਸੀਜਰਸ ਕਾਫੀ ਲੈਂਥੀ ਨੇ। ਹੁਣ ਮੰਨ ਲਓ ਆਪਾਂ ਸਰਟੀਫਿਕੇਟ ਹੀ ਲੈਣਾ ਬਿਜ਼ਨਸ ਸਟਾਰਟ ਕਰਨ ਦਾ, ਕਮੈਂਸਮੈਂਟ ਕਰਨ ਦਾ, ਜਾਂ ਕੋਈ ਵੀ ਆਪਾਂ ਰਜਿਸਟ੍ਰੇਸ਼ਨ ਕਰਵਾਉਣੀ ਹੈ, ਬਹੁਤ ਲੈਂਥੀ ਪ੍ਰੋਸੀਜਰ ਹੋਣ ਕਰਕੇ ਇਹਦੇ ਕਰਕੇ ਵੀ ਕਈ ਵਾਰ ਇੰਟਰਪ੍ਰੀਨਿਓਰ ਜੋ ਹੈ ਫੇਲ ਹੋ ਜਾਂਦੇ ਨੇ। ਹੁਣ ਲੱਗਦਾ ਵੀ ਅਸੀਂ ਆਪਣਾ ਬਿਜ਼ਨਸ ਜਿਸ ਟਾਈਮ ਤੇ ਸਟਾਰਟ ਕਰਨਾ ਸੀ ਉਸ ਟਾਈਮ ਤੇ ਕਰ ਹੀ ਨਹੀਂ ਪਾਏ। ਉਸ ਤੋਂ ਬਾਅਦ ਹੈਗਾ ਕਮਿਊਨੀਕੇਸ਼ਨ ਦਾ ਮਤਲਬ ਕਿ ਆਪਣੇ ਇੱਥੇ ਲੈਂਗੁਏਜ ਬਹੁਤ ਜ਼ਿਆਦਾ ਨੇ। ਇੰਡੀਆ ਦੇ ਵਿੱਚ ਕੋਈ ਇੱਕ ਲੈਂਗੁਏਜ ਨਹੀਂ ਹੈ। ਅਗਰ ਮੰਨ ਕੇ ਚੱਲੀਏ ਮੈਂ ਆਪਣੇ ਏਰੀਆ 'ਚ ਬਿਜ਼ਨਸ ਕਰਨਾ ਹੈ ਫਿਰ ਤਾਂ ਠੀਕ ਹੈ। ਜਿਹੜਾ ਇੰਟਰਪ੍ਰੀਨਿਓਰ ਪਰਸਨ ਆਊਗਾ ਉਹ ਹਮੇਸ਼ਾ ਕੋਸ਼ਿਸ਼ ਕਰਕੇ ਚੱਲਦਾ ਕਿ ਮੇਰਾ ਬਿਜ਼ਨਸ ਕਾਫੀ ਜਗ੍ਹਾ ਹੋਵੇ, ਮੈਂ ਇੰਡੀਆ ਦੇ ਵਿੱਚ ਕਿਤੇ ਇੱਕ ਜਗ੍ਹਾ ਤੇ ਡਿਪੈਂਡ ਨਾ ਰਹਾਂ। ਜਿੰਨਾ ਜ਼ਿਆਦਾ ਬਿਜ਼ਨਸ ਨੂੰ ਘੁਮਾਊਂਗਾ ਉਹਨਾਂ ਮੈਨੂੰ ਜ਼ਿਆਦਾ ਫਾਇਦਾ ਹੁੰਦਾ। ਤਾਂ ਲੈਂਗੁਏਜ ਪ੍ਰੋਬਲਮਸ ਕਾਫੀ ਜ਼ਿਆਦਾ ਆ ਜਾਂਦੀਆਂ ਨੇ। ਫਿਰ ਹੈ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਕਮਿਊਨੀਕੇਸ਼ਨ। ਇਨਫੋਰਮੇਸ਼ਨ ਟੈਕਨੋਲੋਜੀ ਮੀਨਸ IT ਸੈਕਟਰ ਵੀ ਇੱਕ ਜਗ੍ਹਾ ਤੇ ਡੀਲ ਨਹੀਂ ਕਰਦਾ। ਅਸੀਂ ਜਦੋਂ ਅੱਜ ਕੋਈ ਕੁਝ ਕੰਮ ਕਰ ਰਹੇ ਹਾਂ ਉਹਦੇ ਵਿੱਚ ਕੁਝ ਨਾ ਕੁਝ ਚੇਂਜਿਸ ਆਉਂਦੇ ਚਲੇ ਜਾਣਗੇ। ਕਈ ਵਾਰ ਕੁਝ ਪਰਸਨਸ ਇੱਕ ਸਕਿੱਲ ਨਾਲ ਬਿਜ਼ਨਸ ਸਟਾਰਟ ਕਰਦੇ ਹੈਗੇ ਨੇ, ਲੇਕਿਨ ਕੁਝ ਨਵਾਂ ਆ ਗਿਆ IT ਸੈਕਟਰ ਦੇ ਵਿੱਚ ਤਾਂ ਉਹ ਗੜਬੜ ਉਹਨਾਂ ਨੂੰ ਹੋ ਜਾਂਦੀ ਹੈ। ਰੈਪਿਡ ਚੇਂਜਿਸ, ਰਿਸਰਚ ਐਂਡ ਡਿਵੈਲਪਮੈਂਟ ਪ੍ਰੋਬਲਮਸ ਹੋ ਗਏ ਜਾਂ ਫਿਰ IT ਸੈਕਟਰ ਹੋ ਗਏ, ਇਹਦੇ ਵਿੱਚ ਚੇਂਜਿਸ ਬਹੁਤ ਜਲਦੀ ਆਉਂਦੇ ਨੇ। ਰੈਪਿਡ ਦਾ ਮਤਲਬ ਹੈ ਬਹੁਤ ਤੇਜ਼ੀ ਨਾਲ ਚੇਂਜਿਸ ਆਉਂਦੇ ਨੇ। ਲੋਕਾਂ ਦੇ ਟੇਸਟ ਵੀ ਜਲਦੀ ਚੇਂਜ ਹੋ ਜਾਂਦੇ ਨੇ। ਅੱਜ ਅਸੀਂ ਕੁਝ ਨਵਾਂ ਪ੍ਰੋਡਕਟ ਉਤਾਰਿਆ, ਅਗਰ ਮਿਲਦਾ ਜੁਲਦਾ ਪ੍ਰੋਡਕਟ ਕਿਸੇ ਹੋਰ ਕੰਪਨੀ ਨੂੰ ਉਤਾਰਦਾ, ਹੋ ਸਕਦਾ ਲੋਕਾਂ ਦਾ ਟੇਸਟ ਚੇਂਜ ਹੋ ਜਾਏ। ਕਈ ਵਾਰ ਬੰਦੇ ਕੋਲ ਫਾਈਨਾਂਸ ਪ੍ਰੋਪਰ ਅਵੇਲੇਬਲ ਨਹੀਂ ਹੁੰਦਾ ਹੈਗਾ ਤਾਂ ਉਹ ਬਿਜ਼ਨਸ ਫੇਲ ਹੁੰਦੇ ਆ। ਲਾਰਜ ਸਾਈਜ਼, ਬਿਜ਼ਨਸ ਇੱਕ ਵਾਰ ਦੇ ਵਿੱਚ ਹੀ ਲਾਰਜ ਸਾਈਜ਼ ਦੇ ਵਿੱਚ ਸਟਾਰਟ ਕਰੀਏ ਜਾਂ ਸਮਾਲ ਦੇ ਵਿੱਚ ਸਟਾਰਟ ਕਰੀਏ, ਇਹ ਵੀ ਹਮੇਸ਼ਾ ਮੈਟਰ ਕਰਦਾ ਹੈ ਕਿਸੇ ਇੰਟਰਪ੍ਰੀਨਿਓਰ ਨੂੰ। ਸਟੇਕ ਹੋਲਡਰ ਦਾ ਮਤਲਬ ਹੁੰਦਾ ਜਿਹੜੇ ਪਰਸਨਸ, ਕਈ ਵਾਰ ਇਦਾਂ ਹੁੰਦਾ ਨਾ, ਕਈ ਵਾਰ ਇੰਟਰਪ੍ਰੀਨਿਓਰ ਪਰਸਨ ਬਿਜ਼ਨਸ ਪੈਸਾ ਨਹੀਂ ਲਗਾਉਂਦਾ, ਕੁਝ ਹੋਰ ਪਰਸਨ ਬਿਜ਼ਨਸ ਪੈਸਾ ਲਗਾਉਂਦੇ ਨੇ। ਐਗਜ਼ਾਮਪਲ ਜਿਨ੍ਹਾਂ ਤੋਂ ਅਸੀਂ ਉਧਾਰ ਤੇ ਸਮਾਨ ਖਰੀਦਦੇ ਹਾਂ ਉਹਨਾਂ ਨਾਲ ਹੀ ਗੱਲਬਾਤ ਹੋ ਗਈ, ਜਾਂ ਫਿਰ ਕਿਸੇ ਹੋਰ ਪਰਸਨ ਸਾਡੇ ਬਿਜ਼ਨਸ ਇਨਵੈਸਟਮੈਂਟ ਕਰਤੀ, ਤਾਂ ਪੂਰਾ ਦਾ ਪੂਰਾ ਜਿਹੜਾ ਕੰਮ ਕਰਨ ਦਾ ਸਟਾਈਲ ਹੁੰਦਾ ਉਹ ਉਹਨਾਂ ਦੇ ਅਕੋਰਡਿੰਗ ਚੱਲਦਾ ਹੈ। ਜਿਹੜਾ ਇੰਟਰਪ੍ਰੀਨਿਓਰ ਹੁੰਦਾ ਫਿਰ ਆਪਣਾ ਪਿੱਛੇ ਦਬਦਬ ਮਹਿਸੂਸ ਕਰਦਾ ਵੀ ਮੇਰੀ ਸਕਿੱਲਸ ਅੱਗੇ ਨਹੀਂ ਆ ਰਹੀਆਂ, ਬਿਜ਼ਨਸ ਦੂਸਰੇ ਪਰਸਨ ਨਹੀਂ ਚਲਾ ਰਿਹਾ। ਗਲੋਬਲਾਈਜੇਸ਼ਨ, ਹਮੇਸ਼ਾ ਗਲੋਬਲਾਈਜੇਸ਼ਨ ਵੀ ਅਫੈਕਟ ਕਰਦੀ ਹੈਗੀ ਹੈ ਕਿਸੇ ਵੀ ਇੰਟਰਪ੍ਰੀਨਿਓਰਸ਼ਿਪ ਦੇ ਬਿਜ਼ਨਸ ਨੂੰ, ਕਿਉਂਕਿ ਜਿਹੜਾ ਪ੍ਰੋਡਕਟ ਤੁਸੀਂ ਬਣਾਓਗੇ ਅਦਰ ਮਾਰਕੀਟ ਦੇ ਵਿੱਚ ਕੁਝ ਹੋਰ ਨਿਕਲ ਕੇ ਆਉਣਗੇ, ਜਾਂ ਫਿਰ ਅਸੀਂ ਮੰਨ ਕੇ ਚੱਲੀਏ ਆਲ ਓਵਰ ਵਰਲਡ 'ਚ ਮੈਂ ਉਹ ਚੀਜ਼ ਪਹੁੰਚਾਉਣੀ ਹੋਵੇ, ਕਈ ਵਾਰ ਇਹ ਚੀਜ਼ ਵੀ ਅਸੀਂ ਨਹੀਂ ਕਰ ਪਾਉਂਦੇ ਹੈਗੇ, ਜਿਸ ਕਰਕੇ ਇੰਟਰਪ੍ਰੀਨਿਓਰਸ਼ਿਪ ਦੇ ਬਿਜ਼ਨਸ ਨੂੰ ਥੋੜੇ ਫੈਕਟਰ ਜੋ ਹੈ ਪ੍ਰਭਾਵਿਤ ਕਰਦੇ ਹਨ। ਨੈਕਸਟ ਹੈਗਾ ਵੀ ਆਪਣੇ ਕੋਲ ਕਲਾਸੀਫਿਕੇਸ਼ਨ ਐਂਡ ਮਾਡਲ ਆਫ ਇੰਟਰਪ੍ਰੀਨਿਓਰਸ਼ਿਪ। ਤੁਹਾਨੂੰ ਕੁਐਸਚਨ ਆ ਸਕਦਾ ਟਾਈਪਸ ਆਫ ਇੰਟਰਪ੍ਰੀਨਿਓਰਸ਼ਿਪ ਦਾ। ਅਲੱਗ-ਅਲੱਗ ਵੇਸ ਨਾਲ ਟਾਈਪਸ ਨੇ। ਸਭ ਤੋਂ ਪਹਿਲਾਂ ਹੈਗਾ ਕਲਾਸੀਫਿਕੇਸ਼ਨ ਔਨ ਦੀ ਬੇਸਿਸ ਆਫ ਓਨਰਸ਼ਿਪ ਦੇ ਅਕੋਰਡਿੰਗ ਕਹਿੰਦਾ ਕਿਹੜੇ ਇੰਟਰਪ੍ਰੀਨਿਓਰ ਹੁੰਦੇ ਨੇ। ਸਭ ਤੋਂ ਪਹਿਲਾਂ ਫਾਊਂਡਰ ਔਰ ਪਿਓਰ ਇੰਟਰਪ੍ਰੀਨਿਓਰ। ਫਾਊਂਡਰ ਜਾਂ ਪਿਓਰ ਅਸੀਂ ਕਹਿ ਸਕਦੇ ਹਾਂ ਜਿਹੜੇ ਪਰਸਨ ਬਿਨਾਂ ਕਿਸੇ ਦੀ ਸਹਾਇਤਾ ਲਏ ਖੁਦ ਹੀ ਨਿਊ ਫਾਈਂਡ ਕਰਕੇ ਆਉਂਦੇ ਨੇ, ਮੀਨਸ ਨਿਊ ਟੈਕਨੋਲੋਜੀ ਦੇ ਨਾਲ ਪ੍ਰੋਡਕਟ ਰੈਡੀ ਕਰਦੇ ਨੇ ਕੁਝ ਨਾ ਕੁਝ, ਉਹਨਾਂ ਨੂੰ ਅਸੀਂ ਫਾਊਂਡਰ ਕਹਿ ਸਕਦੇ ਹਾਂ। ਫਿਰ ਹੈਗਾ ਸੈਕਿੰਡ ਜਨਰੇਸ਼ਨ ਆਫ ਜਾਂ ਫਿਰ ਫੈਮਿਲੀ ਓਨਡ ਬਿਜ਼ਨਸ। ਇਦਾਂ ਦੇ ਇੰਟਰਪ੍ਰੀਨਿਓਰ ਉਹ ਹੁੰਦੇ ਨੇ ਜਿਹੜੇ ਆਪਣੇ ਫੈਮਿਲੀ ਦਾ ਬਿਜ਼ਨਸ ਅੱਗੇ ਚਲਾਉਂਦੇ ਨੇ, ਉਹਦੇ ਵਿੱਚ ਕੁਝ ਨਿਆ ਕਰਕੇ ਉਹਨੂੰ ਬਿਜ਼ਨਸ ਨੂੰ ਅੱਗੇ ਵਧਾਉਂਦੇ ਨੇ। ਫਿਰ ਹੈਗਾ ਫਰੈਂਚਾਈਜ਼ ਦਾ ਮਤਲਬ ਹੋ ਗਿਆ ਵੀ ਜਿਹੜੇ ਕਿਸੇ ਬਿਜ਼ਨਸ ਨੂੰ ਜਿਵੇਂ ਅਸੀਂ ਪੇਰੈਂਟ ਬਿਜ਼ਨਸ ਕਹਿੰਦੇ ਹੈਗੇ, ਕੋਈ ਬਿਜ਼ਨਸ ਚੱਲ ਰਿਹਾ ਹੈ ਉਹਨੂੰ ਆਪਣੇ ਬਿਜ਼ਨਸ ਨਾਲ ਮਿਲਾ ਲਿਆ, ਜਾਂ ਕੋਈ ਕੰਪਨੀ ਹੋਰ ਚੱਲ ਰਹੀ ਹੈ ਉਹਨੂੰ ਟੇਕ ਓਵਰ ਕਰ ਲਿਆ, ਉਹਦੀ ਫਰੈਂਚਾਈਜ਼ੀ ਅਸੀਂ ਲੈ ਲਈ, ਉਦਾਂ ਦੀ ਅਸੀਂ ਕਹਿੰਦੇ ਹੈਗੇ ਨੇ ਕਿ ਫਰੈਂਚਾਈਜ਼ੀ ਬਿਜ਼ਨਸ। ਇੱਕ ਹੈਗੇ ਨੇ ਓਨਰ ਮੈਨੇਜਰਸ ਜਿਹੜੇ ਬਿਜ਼ਨਸ ਦੇ ਵਿੱਚ ਖੁਦ ਹੀ ਮੈਨੇਜਰ ਹੁੰਦੇ ਨੇ, ਓਨ ਕਰਕੇ ਆਪਣਾ ਬਿਜ਼ਨਸ ਸਟਾਰਟ ਕਰਦੇ ਹੈਗੇ ਨੇ, ਉਹਨੂੰ ਅਸੀਂ ਓਨਰ ਮੈਨੇਜਰ ਕਹਿ ਸਕਦੇ ਹਾਂ। ਫਿਰ ਹੈਗਾ ਕਲਾਸੀਫਿਕੇਸ਼ਨ ਔਨ ਦੀ ਬੇਸਿਸ ਆਫ ਪਰਸਨੈਲਿਟੀ ਟ੍ਰੇਟ ਜਾਂ ਫਿਰ
ਰਨਿੰਗ ਬਿਜ਼ਨਸ ਚੱਲਣ ਦੇ ਹਿਸਾਬ ਨਾਲ ਕਿੱਦਾਂ ਦੇ ਓਨਰ ਹੁੰਦੇ ਨੇ। ਸਭ ਤੋਂ ਪਹਿਲਾਂ ਹੈਗਾ ਅਚੀਵਰ ਦਾ ਮਤਲਬ ਹੋਗਾ ਜਿਹੜੇ ਪਰਸਨ ਖੁਦ ਕੁਝ ਅਚੀਵ ਕਰਨ ਵਾਲੇ ਹੁੰਦੇ ਨੇ, ਮੀਨਸ ਉਹਨਾਂ ਨੇ ਆਪਣੇ ਟਾਰਗੇਟ ਬਣਾਏ ਹੁੰਦੇ ਨੇ ਵੀ ਅਸੀਂ ਕੁਝ ਨਾ ਕੁਝ ਨया ਅਚੀਵ ਕਰਨਾ ਹੈਗਾ। ਫਿਰ ਹੈਗਾ ਤੁਹਾਡੇ ਕੋਲ ਇੰਡਿਊਸਡ ਇੰਟਰਪ੍ਰੀਨਿਓਰ। ਇੰਡਿਊਸ ਦਾ ਮਤਲਬ ਹੁੰਦਾ ਕਿ ਜਿਹੜਾ ਖੁਦ ਸੋਚ ਕੇ ਸਾਡੇ ਕੋਲ ਕਿਹੜੀਆਂ ਫੈਸਿਲਿਟੀਆਂ ਹੈਗੀਆਂ ਨੇ, ਸਿਰਫ ਉਹਨਾਂ ਫੈਸਿਲਿਟੀਆਂ ਨੂੰ ਲੈ ਕੇ ਹੀ ਬਿਜ਼ਨਸ ਸਟਾਰਟ ਕਰ ਲੈਂਦੇ ਨੇ। ਕਿਉਂਕਿ ਕੋਈ ਇੰਟਰਪ੍ਰੀਨਿਓਰ ਆਊਗਾ ਉਹ ਇਹ ਨਹੀਂ ਦੇਖੂਗਾ ਵੀ ਮੇਰੇ ਕੋਲ ਆ ਚੀਜ਼ ਹੈ, ਮੇਰੇ ਕੋਲ ਉਹ ਚੀਜ਼ ਨਹੀਂ ਹੈ, ਜਿੰਨੀਆਂ ਫੈਸਿਲਿਟੀਆਂ ਹੋਣਗੀਆਂ ਉਹਦੇ ਬੇਸ ਤੇ ਆਪਣਾ ਬਿਜ਼ਨਸ ਸਟਾਰਟ ਕਰ ਲੈਣਾ। ਉਸ ਤੋਂ ਬਾਅਦ ਹੈਗਾ ਆਈਡੀਆ ਜਨਰੇਟਰਸ, ਜਿਹੜੇ ਕਿਤੇ ਨਾ ਕਿਤੇ ਕੋਈ ਹਾਈਲੀ ਕ੍ਰੀਏਟਿਵ ਪੀਪਲ ਅਸੀਂ ਕਹਿ ਸਕਦੇ ਹਾਂ, ਜਿਹੜੇ ਪਰਸਨ ਬਹੁਤ ਵੱਡੀ ਸੋਚ ਵਾਲੇ ਪਰਸਨਸ ਆਏ ਹੁੰਦੇ ਨੇ, ਉਹਨਾਂ ਨੇ ਕੋਈ ਨया ਆਈਡੀਆ ਲੈ ਕੇ ਬਿਜ਼ਨਸ ਸਟਾਰਟ ਕਰਨਾ। ਉਸ ਤੋਂ ਬਾਅਦ ਹੈਗਾ ਰੀਅਲ ਮੈਨੇਜਰ ਜਾਂ ਫਿਰ ਰੀਅਲ ਅਚੀਵਰ, ਜਿਹੜੇ ਐਕਚੁਅਲ ਲਾਈਫ ਦੇ ਵਿੱਚ ਮੈਨੇਜਰਸ ਜਾਂ ਅਚੀਵਰਸ ਹੁੰਦੇ ਨੇ। ਇਦਾਂ ਦੇ ਬਿਜ਼ਨਸ ਜਿਹੜੇ ਆਪਣੀ ਪਰਸਨੈਲਿਟੀ ਦੇ ਅਕੋਰਡਿੰਗ ਬਿਜ਼ਨਸ ਸਟਾਰਟ ਕਰ ਲੈਂਦੇ ਨੇ। ਫਿਰ ਹੈ ਕਲਾਸੀਫਿਕੇਸ਼ਨ ਔਨ ਦੀ ਬੇਸਿਸ ਆਫ ਦੀ ਟਾਈਪ ਆਫ ਬਿਜ਼ਨਸ, ਅਲੱਗ-ਅਲੱਗ ਟਾਈਪਸ ਆਫ ਬਿਜ਼ਨਸ ਦੇ ਅਕੋਰਡਿੰਗ ਕਿੱਦਾਂ ਦੇ ਇੰਟਰਪ੍ਰੀਨਿਓਰ। ਸਭ ਤੋਂ ਪਹਿਲਾਂ ਇੰਡਸਟਰੀ ਇੰਟਰਪ੍ਰੀਨਿਓਰ ਮੀਨ ਜਿਹੜੇ ਪਰਸਨਸ ਇੰਡਸਟਰੀ ਲਗਾਉਂਦੇ ਹੈਗੇ ਨੇ। ਫਿਰ ਹੈਗੇ ਟ੍ਰੇਡਿੰਗ ਇੰਟਰਪ੍ਰੀਨਿਓਰ, ਨਹੀਂ ਉਹ ਨਹੀਂ। ਟ੍ਰੇਡਿੰਗ ਇੰਟਰਪ੍ਰੀਨਿਓਰ ਦਾ ਮਤਲਬ ਹੋ ਗਿਆ ਜਿਹੜੇ ਪਰਸਨਸ ਟ੍ਰੇਡਿੰਗ ਦਾ ਬਿਜ਼ਨਸ ਕਰਦੇ ਨੇ, ਮੀਨਸ ਇੱਕ ਜਗ੍ਹਾ ਪ੍ਰੋਡਕਟ ਖਰੀਦ ਕੇ ਉਹਦੇ ਵਿੱਚ ਕੁਝ ਚੇਂਜਸ ਕਰਕੇ ਅੱਗੇ ਸੇਲ ਕਰ ਦੇਣਾ। ਫਿਰ ਹੈ ਕਾਰਪੋਰੇਟ ਇੰਟਰਪ੍ਰੀਨਿਓਰ, ਕਾਰਪੋਰੇਟ ਮਤਲਬ ਹੋ ਗਿਆ ਜਿਹੜੇ ਕੰਪਨੀਜ਼ ਵਗੈਰਾ ਲਗਾਉਂਦੇ ਹੈਗੇ ਨੇ, ਇਦਾਂ ਦੇ ਵੀ ਇੰਟਰਪ੍ਰੀਨਿਓਰ ਨਿਕਲ ਕੇ ਆਉਂਦੇ ਨੇ। ਐਗਰੀਕਲਚਰ ਇੰਟਰਪ੍ਰੀਨਿਓਰ, ਜਿਹੜੇ ਐਗਰੀਕਲਚਰ ਦਾ ਕੰਮ ਕਰਦੇ ਨੇ। ਉਸ ਤੋਂ ਬਾਅਦ ਹੈ ਕਲਾਸੀਫਿਕੇਸ਼ਨ ਔਨ ਬੇਸਿਸ ਆਫ ਡਿਵੈਲਪਮੈਂਟ ਦੇ ਅਕੋਰਡਿੰਗ। ਫਸਟ ਜਨਰੇਸ਼ਨ ਇੰਟਰਪ੍ਰੀਨਿਓਰ ਮੀਨਸ ਹੋਣਗੇ ਜਿਹੜੇ ਆਪਣੀ ਸਕਿੱਲ ਨਾਲ ਬਿਜ਼ਨਸ ਚਲਾਉਂਦੇ ਹੈਗੇ ਨੇ। ਮਾਡਰਨ ਇੰਟਰਪ੍ਰੀਨਿਓਰ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਇੰਟਰਪ੍ਰੀਨਿਓਰ ਆਉਂਦੇ ਨੇ, ਮੀਨਸ ਸਟੱਡੀ ਵਗੈਰਾ ਕਰਕੇ ਉਹ ਇਹ ਸੋਚਦੇ ਹੈਗੇ ਨੇ ਵੀ ਇਹ ਸਾਡਾ ਪਿਛਲੇ ਲੋਕ ਜੋ ਕਰਦੇ ਸੀ ਅਸੀਂ ਉਦਾਂ ਦਾ ਕੋਈ ਬਿਜ਼ਨਸ ਨਹੀਂ ਕਰਨਾ, ਕੁਝ ਨਵਾਂ ਕਰਨਾ ਹੈ। ਕਲਾਸੀਕਲ ਇੰਟਰਪ੍ਰੀਨਿਓਰ ਜਿਹੜੇ ਮੀਨਸ ਪਿਛਲੀ ਸੋਚ ਦੇ ਅਕੋਰਡਿੰਗ ਚੱਲ ਜਾਂਦੇ, ਮੀਨਸ ਜੋ ਪਹਿਲੇ ਜੋ ਬਿਜ਼ਨਸ ਚੱਲ ਰਹੇ ਹੁੰਦੇ ਸੀ ਉਹਨਾਂ ਬਿਜ਼ਨਸ ਦੀ ਸੋਚ ਨੂੰ ਹੀ ਅੱਗੇ ਵਧਾਉਂਦੇ ਹੈਗੇ। ਮੀਨਸ ਪੁਰਾਣਾ ਬਿਜ਼ਨਸ, ਜਿਵੇਂ ਐਗਜ਼ਾਮਪਲ ਆਪਾਂ ਖਾਦੀ ਉਦਯੋਗ ਲੈ ਲਈਏ। ਖਾਦੀ ਉਦਯੋਗ ਬਾਰੇ ਜਿਵੇਂ ਤੁਸੀਂ ਸੁਣਿਆ ਹੋਵੇ, ਬਹੁਤ ਲੋਕ ਇਦਾਂ ਦੇ ਵੀ ਕੋਈ ਖਾਦੀ ਉਦਯੋਗ ਹੀ ਅਸੀਂ ਅੱਗੇ ਵਧਾਉਣਾ ਹੈਗਾ, ਉਹਨੂੰ ਅਸੀਂ ਕਲਾਸੀਕਲ ਇੰਟਰਪ੍ਰੀਨਿਓਰ ਕਹਿ ਸਕਦੇ ਹਾਂ। ਮੀਨਸ ਜੋ ਪਹਿਲੇ ਟਾਈਮ ਦੇ ਵਿੱਚ ਚੱਲਦਾ ਆ ਰਿਹਾ ਸੀ ਉਹਨੂੰ ਅੱਗੇ ਲੈ ਕੇ ਆਉਣਾ, ਉਹੀ ਜੋ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਸੀ ਅੱਜ ਵੀ ਬਰਕਰਾਰ ਹੈ। ਉਸ ਤੋਂ ਬਾਅਦ ਹੈਗਾ ਅਦਰ ਕਲਾਸੀਫਿਕੇਸ਼ਨ। ਸਭ ਤੋਂ ਪਹਿਲਾਂ ਆ ਰਿਹਾ ਇਨੋਵੇਟਿਵ ਇੰਟਰਪ੍ਰੀਨਿਓਰ। ਇਨੋਵੇਟਿਵ ਮੀਨਸ ਕੁਝ ਅਲੱਗ ਤੋਂ ਬਿਜ਼ਨਸ ਦੇ ਵੀ ਜ਼ਿਆਦਾ ਤੋਂ ਜ਼ਿਆਦਾ ਜਿੰਨੇ ਵੀ ਪ੍ਰੋਬਲਮਸ ਨੇ ਉਹਨੂੰ ਫੇਸ ਕਰਕੇ ਬਿਜ਼ਨਸ ਨੂੰ ਅੱਗੇ ਕਰਨਾ, ਮੀਨਸ ਕਦੇ ਵੀ ਡਰਨਾ ਨਾ ਉਹਨਾਂ ਚੀਜ਼ ਤੋਂ। ਇਨੀਸ਼ੀਏਟਿਵ, ਜਿਹੜੇ ਹਰ ਗੱਲ ਤੇ ਅੱਗੇ ਰਹਿਣ ਵਾਲੇ, ਇਨੀਸ਼ੀਏਟਿਵ ਉਹਨਾਂ ਨੂੰ ਕਹਾਂਗੇ, ਮੀਨਸ ਹਰ ਜਗ੍ਹਾ ਅੱਗੇ ਰਹਿਣ ਵਾਲੇ ਇੰਟਰਪ੍ਰੀਨਿਓਰ ਜਾਂ ਕੁਝ ਵੀ ਹੋਵੇ। ਇੱਕ ਹੈਗੇ ਨੇ ਫੇਬੀਅਨ ਇੰਟਰਪ੍ਰੀਨਿਓਰ। ਫੇਬੀਅਨ ਦਾ ਮਤਲਬ ਹੁੰਦਾ ਜਿਹੜੇ ਕੁਐਸਚਨਸ ਔਰ ਸਪੈਕਟਿਵ ਇਨ ਦੀ ਅਪਰੋਚ, ਜਿਹੜੇ ਮੀਨਸ ਹਰ ਜਗ੍ਹਾ ਤੇ ਸੋਚ ਕੇ ਚੱਲਦੇ ਨੇ ਵੀ ਸਾਨੂੰ ਕਿਤੇ ਨੁਕਸਾਨ, ਹਾਂ ਉਦਾਂ ਹੀ ਹੋ ਗਿਆ। ਮੀਨਸ ਹਰ ਜਗ੍ਹਾ ਉਹਨਾਂ ਨੇ ਸੋਚ ਕੇ ਚੱਲਣਾ ਵੀ ਸਾਨੂੰ ਕਿਤੇ ਕੋਈ ਰਿਸਕ ਹੋ ਰਹੇ ਹੈਗੇ ਨੇ, ਵੀ ਉਹਨਾਂ ਚੀਜ਼ਾਂ ਨੂੰ ਅਸੀਂ ਦੂਰ ਕਰਦੇ ਚੱਲੀਏ। ਹਰ ਜਗ੍ਹਾ ਤੇ ਸੋਚਣਾ ਉਹਨਾਂ ਨੇ, ਵੀ ਇਹ ਨਹੀਂ ਦੇਖਦੇ ਹੈਗੇ ਵੀ ਸਾਨੂੰ, ਉਹ ਹਮੇਸ਼ਾ ਕੋਸ਼ਿਸ਼ ਇਹ ਕਰਦੇ ਨੇ ਵੀ ਸਾਨੂੰ ਕਿਤੇ ਵੀ ਲੋਸ ਨਾ ਹੋਵੇ। ਫਿਰ ਹੈਗਾ ਇੱਕ ਡਰੋਨ ਇੰਟਰਪ੍ਰੀਨਿਓਰ ਦਾ ਮਤਲਬ ਆਰ ਨਾਟ ਓਪਨ ਟੂ ਕ੍ਰੀਏਟੀਵਿਟੀ ਐਂਡ ਚੇਂਜ। ਇਹ ਹਮੇਸ਼ਾ ਇੰਟਰਪ੍ਰੀਨਿਓਰ ਹੁੰਦੇ ਨੇ ਵੀ ਕੁਝ ਅਲੱਗ ਤੋਂ ਜਾਂ ਚੇਂਜ ਹੋਣ ਦਾ ਕਦੀ ਪਸੰਦ ਨਹੀਂ ਕਰਦੇ, ਜੋ ਇੱਕ ਵਾਰੀ ਸੋਚਦੇ ਬਸ ਉਹਦੇ ਤੇ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਨੇ। ਮੀਨਸ ਇਹਨਾਂ ਨੂੰ ਇਹ ਹੁੰਦਾ ਵੀ ਕੁਝ ਅਲੱਗ ਕਰਾਂਗੇ ਤਾਂ ਸਾਨੂੰ ਪ੍ਰੋਬਲਮਸ ਜ਼ਿਆਦਾ ਹੋ ਜਾਣਗੀਆਂ। ਵੂਮਨ ਇੰਟਰਪ੍ਰੀਨਿਓਰ, ਜਦੋਂ ਕੋਈ ਲੇਡੀਜ਼ ਮੀਨਸ ਕੋਈ ਆਪਣਾ ਬਿਜ਼ਨਸ ਸਟਾਰਟ ਕਰਦੀਆਂ ਅਸੀਂ ਵੂਮਨ ਇੰਟਰਪ੍ਰੀਨਿਓਰ ਕਹਿ ਸਕਦੇ ਹਾਂ। ਇੱਕ ਹੈਗੇ ਨੇ ਕੋਪਨੋਰਸ ਜਦੋਂ ਮੀਨਸ ਹਸਬੈਂਡ ਔਰ ਵਾਈਫ ਮਿਲ ਕੇ ਬਿਜ਼ਨਸ ਸਟਾਰਟ ਕਰਦੇ ਨੇ ਉਹਨਾਂ ਨੂੰ ਅਸੀਂ ਕੋਪਨੋਰਸ ਕਹਿ ਸਕਦੇ ਹਾਂ। ਫਿਰ ਤੁਹਾਡੇ ਕੋਲ ਹੈਗਾ ਇੰਟਰਪ੍ਰੀਨਿਓਰਲ ਮਾਡਲ। ਇੰਟਰਪ੍ਰੀਨਿਓਰਸ਼ਿਪ ਦਾ ਇੱਕ ਮਾਡਲ ਹੈਗਾ, ਉਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਆਉਂਦੀਆਂ ਨੇ ਵੀ ਕਿਸ ਨਾਲ ਡੀਲ ਕਰਦੀ ਹੈ ਇੰਟਰਪ੍ਰੀਨਿਓਰਸ਼ਿਪ। ਸਭ ਤੋਂ ਪਹਿਲਾਂ ਓਪਰਚੁਨਿਟੀ ਮਾਡਲ। ਇੰਟਰਪ੍ਰੀਨਿਓਰਸ਼ਿਪ ਦਾ ਜਿਹੜਾ ਮਾਡਲ ਹੁੰਦਾ ਹਮੇਸ਼ਾ ਓਪਰਚੁਨਿਟੀ ਵਾਲਾ ਮਾਡਲ ਹੁੰਦਾ, ਕਿਉਂਕਿ ਜਦੋਂ ਕੋਈ ਪਰਸਨ ਇੰਟਰਪ੍ਰੀਨਿਓਰ ਬਣੂਗਾ ਉਹਦੇ ਕੋਲ ਇਹ ਨਹੀਂ ਕਿ ਕੋਈ ਓਪਰਚੁਨਿਟੀ ਨਹੀਂ, ਉਹਦੇ ਕੋਲ ਕਾਫੀ ਜ਼ਿਆਦਾ ਓਪਰਚੁਨਿਟੀਜ਼ ਓਪਨ ਹੋ ਜਾਂਦੀਆਂ ਨੇ ਜਦੋਂ ਬਿਜ਼ਨਸ ਸਟਾਰਟ ਕਰਦੇ ਨੇ। ਬਿਜ਼ਨਸ ਸਟਾਰਟਿੰਗ ਦਾ ਕੋਈ ਛੋਟਾ ਜਿਹਾ ਪੁਆਇੰਟ ਹੁੰਦਾ ਜਦੋਂ ਬਿਜ਼ਨਸ ਸਟਾਰਟ ਹੁੰਦਾ, ਲੇਕਿਨ ਓਪਰਚੁਨਿਟੀ ਸਟਾਰਟ ਹੋਣ ਤੋਂ ਬਾਅਦ ਹੀ ਨਿਕਲਦੀਆਂ ਨੇ। ਮੀਨਸ ਆਪਣੇ ਪ੍ਰੋਫਿਟ ਜ਼ਿਆਦਾ ਕਮਾ ਸਕਦੇ ਹੈਗੇ ਨੇ, ਜ਼ਿਆਦਾ ਪਰਸਨਸ ਨੂੰ ਅੱਗੇ ਨਾਲ ਲੈ ਕੇ ਹੋਰ ਜ਼ਿਆਦਾ ਕੰਮ ਵਧਾ ਸਕਦੇ ਨੇ। ਉਹ ਡਿਸਾਈਡ ਕਰਦਾ ਸਾਡੇ ਬਿਜ਼ਨਸ ਪਲੱਸ ਸਾਡੀ ਸਕਿੱਲ ਦੇ ਉੱਪਰ ਅਸੀਂ ਕਿੱਦਾਂ ਦਾ ਬਿਜ਼ਨਸ ਸਟਾਰਟ ਕੀਤਾ ਹੈ। ਦੂਸਰਾ ਇਨੇਬਲਰ ਮਾਡਲ ਦਾ ਮਤਲਬ ਕੀ ਹੁੰਦਾ, ਮੀਨਸ ਸਾਨੂੰ ਅੱਗੇ ਪੂਰੀ ਕੰਪਨੀ ਦੇ ਵੀ ਸਾਡੀ ਡਿਵੈਲਪਮੈਂਟ ਦੀ ਇੱਕ ਫਾਇਦਾ ਮਿਲ ਜਾਂਦਾ, ਕਿਉਂਕਿ ਸਾਡੇ ਨਾਲ ਸਾਡੇ EMPLOYEES ਜੁੜ ਜਾਂਦੇ ਹੈਗੇ ਨੇ, ਉਹ ਸਾਨੂੰ ਅੱਗੇ ਲਿਜਾਣ ਲਈ ਖੁਦ ਹੀ ਫਾਇਦਾ ਕਰਦੇ ਨੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਆਪਣੀ ਸਕਿੱਲ ਨਾਲ ਬਿਜ਼ਨਸ ਸਟਾਰਟ ਕਰਾਂ ਸਾਰਾ ਕੁਝ ਮੈਂ ਹੀ ਅੱਗੇ ਲੈ ਜਾਊਂਗਾ, ਕਿਉਂਕਿ ਜਿਹੜੇ ਪਰਸਨਸ ਮੇਰੇ ਨਾਲ ਜੁੜਨਗੇ ਉਹਨਾਂ ਦੀ ਤਾਂ ਕੁਝ ਨਾ ਕੁਝ ਸੋਚ ਹੋਏਗੀ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇੰਟਰਪ੍ਰੀਨਿਓਰਸ਼ਿਪ ਇੱਕ ਇਨੇਬਲਰ ਮਾਡਲ ਵੀ ਹੈਗਾ, ਵੀ ਸਾਨੂੰ ਐਡਵੋਕੇਟ ਮਿਲ ਜਾਂਦਾ ਇੱਕ ਤਰ੍ਹਾਂ ਦੇ, ਵੀ ਸਾਨੂੰ ਸਲਾਹ ਦੇਣ ਵਾਲੇ ਪਰਸਨਸ ਵੀ ਮਿਲ ਜਾਂਦੇ ਜਿਹਨਾਂ ਅਸੀਂ ਬਿਜ਼ਨਸ ਅੱਗੇ ਵਧਾ ਸਕਦੇ ਹਾਂ। ਉਸ ਤੋਂ ਬਾਅਦ ਹੈਗਾ ਐਡਵੋਕੇਟ ਮਾਡਲ ਦਾ ਮਤਲਬ ਹੋਏਗਾ ਵਟ ਅਬਾਊਟ ਦੀ ਕੇਸ ਇਨ ਦੀ ਹੈਂਡਲਿੰਗ ਇਜ਼ ਰੀਅਲ ਦੀ ਇਸ਼ੂ। ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਸਾਡੀ ਕੰਪਨੀ ਦੇ ਵਿੱਚ ਓਨਰਸ਼ਿਪ ਹੀ ਸਾਡੀ ਬਿਜ਼ਨਸ ਨੂੰ ਕਿੱਦਾਂ ਸਟਾਰਟ ਕਰੂਗੀ। ਓਨਰਸ਼ਿਪ ਨੇ ਤਾਂ ਬਿਜ਼ਨਸ ਸਟਾਰਟ ਕਰ ਦੇਣਾ, ਲੇਕਿਨ ਤੁਸੀਂ ਅੱਗੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਬਣਾਓਗੇ ਉਹ ਕਿਸ ਬੇਸ ਨਾਲ ਚੱਲਦੇ ਨੇ, ਉਹ ਇੰਟਰਪ੍ਰੀਨਿਓਰਸ਼ਿਪ ਦੇ ਵਿੱਚ ਹਮੇਸ਼ਾ ਮੈਟਰ ਕਰਦੇ ਨੇ। ਫਿਰ ਹੈਗਾ ਪ੍ਰੋਡਿਊਸਰ
ਇੰਟਰਪ੍ਰੀਨਿਓਰਸ਼ਿਪ ਤੁਹਾਡੀ ਕਹਿੰਦਾ ਇੱਕ ਪ੍ਰੋਡਿਊਸਰ ਮਾਡਲ ਹੈ, ਇਹਦੇ ਵਿੱਚ ਪ੍ਰੋਡਕਸ਼ਨ ਦਾ ਹੀ ਕੰਮ ਹੁੰਦਾ ਹੈ। अरे कितने स्पीच दे रहे होगे तो 5 ਪ੍ਰੋਡਿਊਸਰ ਮਾਡਲ ਕਹਿ ਸਕਦੇ ਹਾਂ ਵੀ ਜਿਵੇਂ ਇੰਟਰਪ੍ਰੀਨਿਓਰਸ਼ਿਪ ਜਦੋਂ ਆਣੀ ਹੈਗੀ ਹੈ ਉਹ ਪ੍ਰੋਡਕਸ਼ਨ ਦੇ ਬੇਸ ਤੇ ਹੀ ਆਣੀ ਹੈ, ਕਿਉਂਕਿ ਨਿਊ ਨਾ ਕੋਈ ਨਾ ਕੁਝ ਪ੍ਰੋਡਕਟ ਆਊਗਾ ਜਾਂ ਮਾਰਕੀਟ 'ਚ ਕੋਈ ਇਦਾਂ ਦੀ ਚੀਜ਼ ਉਤਰੇਗੀ ਜਿਹਦੇ ਬੇਸ ਤੇ ਇੰਟਰਪ੍ਰੀਨਿਓਰਸ਼ਿਪ ਹੋਊਗੀ। ਤੁਸੀਂ ਕਹੋ ਵੀ ਮੈਂ ਕੋਈ ਇਦਾਂ ਦਾ ਇਲੀਗਲ ਕੰਮ ਕਰਨਾ, ਉਹਨੂੰ ਅਸੀਂ ਇੰਟਰਪ੍ਰੀਨਿਓਰਸ਼ਿਪ ਕਹਾਂਗੇ, ਉਹ ਇੰਟਰਪ੍ਰੀਨਿਓਰਸ਼ਿਪ ਨਹੀਂ ਹੁੰਦੀ। ਮੀਨ ਚੱਲਦੇ ਕੰਮ ਨੂੰ ਹੈਕ ਕਰ ਲੈਣਾ ਜਾਂ ਸੌਫਟਵੇਅਰ ਇਦਾਂ ਦੇ ਬਣਾਉਣੇ ਨੂੰ ਚੱਲਦੇ ਕਿਸੇ ਚੀਜ਼ ਕੋ ਬਿਜ਼ਨਸ ਹਾਇਰ ਕਰਨਾ, ਉਹ ਚੀਜ਼ ਇੰਟਰਪ੍ਰੀਨਿਓਰਸ਼ਿਪ ਨਹੀਂ ਹੁੰਦੀ। ਇਹਦੇ ਵਿੱਚ ਹਮੇਸ਼ਾ ਕੁਝ ਨਾ ਕੁਝ ਪ੍ਰੋਡਕਸ਼ਨ ਹੋਣੀ ਜਿਹੜੀ ਮਾਰਕੀਟ ਵਿੱਚ ਫਾਇਦੇਮੰਦ ਹੋਊਗੀ। ਫਿਰ ਹੈਗਾ ਪ੍ਰੋਬਲਮ ਫੇਸ ਬਾਈ ਦ ਇੰਟਰਪ੍ਰੀਨਿਓਰਸ਼ਿਪ ਇਨ ਇੰਡੀਆ। ਇੰਡੀਆ ਦੇ ਵਿੱਚ ਕਹਿੰਦਾ ਜਿਹੜੇ ਪਰਸਨਸ ਇੰਟਰਪ੍ਰੀਨਿਓਰ ਬਣਦੇ ਨੇ ਉਹਨਾਂ ਲਈ ਕਿਹੜੀ ਕਿਹੜੀ ਪ੍ਰੋਬਲਮਸ ਆਉਂਦੀਆਂ ਨੇ। ਸਭ ਤੋਂ ਪਹਿਲਾਂ ਪ੍ਰੋਬਲਮ ਜਿਹੜੀ ਹੈਗੀ ਹੈ ਚੈਲੰਜਿੰਗ ਆਫ ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਦਾ ਹਮੇਸ਼ਾ ਇਫੈਕਟ ਪੈਂਦਾ ਹੈਗਾ ਕਿਸੇ ਵੀ ਇੰਟਰਪ੍ਰੀਨਿਓਰ ਦੇ ਉੱਪਰ, ਕਿਉਂਕਿ ਜਦੋਂ ਕੋਈ ਇੰਟਰਪ੍ਰੀਨਿਓਰ ਪਰਸਨ ਆਊਗਾ ਉਹ ਮੰਨ ਕੇ ਚੱਲੇ ਵੀ ਸਿੰਗਲ ਮਾਰਕੀਟ 'ਚ ਕੰਮ ਕਰ ਲੂਗਾ, ਹੋ ਸਕਦਾ ਉਹਦਾ ਪ੍ਰੋਡਕਟ ਚੱਲਦਾ ਰਹੇ। ਜਦੋਂ ਉਹਨੇ ਆਲ ਓਵਰ ਵਰਲਡ 'ਚ ਕੰਮ ਕਰਨਾ ਹੈ ਜਾਂ ਗਲੋਬਲਾਈਜੇਸ਼ਨ ਕੰਮ ਕਰਨਾ ਹੈ ਤਾਂ ਹੋ ਸਕਦਾ ਇਫੈਕਟ ਵੀ ਪਵੇ ਬਿਜ਼ਨਸ ਨੂੰ। ਦੂਸਰਾ ਲਿਬਰਲਾਈਜੇਸ਼ਨ ਇਨ ਇੰਡੀਆ। ਇੰਡੀਆ ਦੇ ਵਿੱਚ ਲਿਬਰਲਾਈਜੇਸ਼ਨ ਹੈ 1991 ਤੋਂ, ਹਰੇਕ ਬੰਦੇ ਨੂੰ ਆਜ਼ਾਦੀ ਹੈਗੀ ਹੈ ਵੀ ਉਹ ਕੰਮ ਕਰ ਸਕੇ। ਤੁਸੀਂ ਕੋਈ ਚੀਜ਼ ਉਤਾਰੀ ਹੈ ਮਾਰਕੀਟ 'ਚ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਹਾਡੀ ਕਾਪੀ ਕੋਈ ਨਹੀਂ ਉਤਾਰੂਗਾ, ਬਸ ਇਹ ਹੈ ਵੀ ਤੁਹਾਡਾ ਮਾਰਕਾ ਨਹੀਂ ਉਤਾਰੂਗਾ, ਤੁਹਾਡੇ ਮਾਰਕਾ ਨਹੀਂ ਲਗਾ ਸਕਦੇ। ਮੀਨ ਜੋ ਟ੍ਰੇਡਮਾਰਕ ਹੈ ਜਾਂ ਕਾਪੀਰਾਈਟ ਸਿੰਬਲਸ ਵਗੈਰਾ ਨੇ ਉਹ ਨਹੀਂ ਤੁਹਾਡੇ ਕੋਈ ਯੂਜ਼ ਕਰ ਸਕਦਾ, ਲੇਕਿਨ ਤੁਹਾਡੇ ਵਰਗਾ ਪ੍ਰੋਡਕਟ ਕੋਈ ਵੀ ਉਤਾਰ ਸਕਦਾ। ਅੱਜ ਕੱਲ੍ਹ ਮੋਸਟਲੀ ਇਹ ਕੋਈ ਵੀ ਪ੍ਰੋਡਕਟ ਮਾਰਕੀਟ 'ਚ ਆਉਂਦਾ ਹੈ ਉਹਦੇ ਨਾਲ ਦੀ ਮਿਲਦੀ ਜੁਲਦੀ ਕਾਪੀ ਆ ਜਾਂਦੀ ਹੈ। ਤੁਸੀਂ ਦੇਵੀ ਮਾਰਕਾ ਸੁਣਿਆ? ਕਿਹੜਾ? ਦੇਵੀ। ਇਹ ਕੀ ਆ? ਉਸ ਤੋਂ ਬਾਅਦ ਹੈਗਾ ਅਡੋਪਟਿੰਗ ਏ ਮਾਡਰਨ ਟੈਕਨੋਲੋਜੀ। ਜਿਹੜੇ ਇੰਟਰਪ੍ਰੀਨਿਓਰਸ ਕਹਿੰਦਾ ਨਵੇਂ ਆ ਰਹੇ ਨੇ ਉਹ ਤਾਂ ਮਾਡਰਨ ਨਹੀਂ ਆ ਜਾਂਦੇ ਨੇ, ਜਿਹੜੇ ਪੁਰਾਣੇ ਚੱਲ ਰਹੇ ਨੇ ਉਹਨਾਂ ਨੂੰ ਮਾਡਰਨ ਟੈਕਨੋਲੋਜੀ ਅਪਣਾਉਣ ਦੇ ਵਿੱਚ ਹੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਕਿਉਂਕਿ ਮੰਨ ਲਓ ਕੋਈ ਇੰਟਰਪ੍ਰੀਨਿਓਰ ਪਹਿਲਾਂ ਚੱਲ ਰਿਹਾ ਉਹ ਬਿਜ਼ਨਸ ਉਹਦਾ ਚੱਲਦਾ ਚੱਲਦਾ ਇਫੈਕਟਿਵ ਹੋ ਜਾਂਦਾ ਜਦੋਂ ਨਵੇਂ ਕੁਝ ਚੇਂਜਸ ਆ ਜਾਂਦੇ ਹਨ। ਚੇਂਜਿੰਗ ਵਰਕਫੋਰਸ ਇਨ ਇੰਡੀਆ। ਵਰਕਫੋਰਸ ਦਾ ਮਤਲਬ ਕੰਮ ਕਰਨ ਦਾ ਸਟਾਈਲ ਜਦੋਂ ਚੇਂਜ ਹੁੰਦਾ ਹੈ। ਅੱਜ ਕੱਲ੍ਹ ਦੇ ਲੋਕ ਜਿਹੜੇ ਕੰਮ ਕਰਨਾ ਜ਼ਿਆਦਾ ਪਸੰਦ ਨਹੀਂ ਕਰਦੇ ਜਾਂ ਫਿਰ ਜ਼ਿਆਦਾਤਰ ਜਿਵੇਂ ਮਸ਼ੀਨੀ ਯੁੱਗ ਹੀ ਆ ਗਿਆ ਤੇ ਇਹ ਵਰਕਫੋਰਸ ਚੇਂਜ ਹੋਣਾ ਨੇ, ਡਾਇਵਰਸਿਟੀ ਕਾਫੀ ਆਉਂਦੀ ਹੈ, ਲੇਬਰ ਵੀ ਸੈਟੀਸਫਾਈਡ ਨਹੀਂ ਹੋਣੀ, ਇਹ ਵੀ ਇੰਟਰਪ੍ਰੀਨਿਓਰਸ਼ਿਪ ਲਈ ਇੱਕ ਪ੍ਰੋਬਲਮ ਹੁੰਦੀ ਹੈ। ਮਾਰਕੀਟਿੰਗ ਇਜ਼ ਅ ਬਿਗ ਚੈਲੰਜ। ਕੋਈ ਵੀ ਇੰਟਰਪ੍ਰੀਨਿਓਰ ਜਦੋਂ ਇੰਡੀਆ ਦੇ ਵਿੱਚ ਕੰਮ ਕਰੂਗਾ ਉਹਦੇ ਲਈ ਮਾਰਕੀਟਿੰਗ ਬਹੁਤ ਵੱਡਾ ਚੈਲੰਜ ਹੈ, ਕਿਉਂਕਿ ਆਪਣਾ ਸਮਾਨ ਸੇਲ ਕਰਵਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜਦ ਤੱਕ ਤੁਹਾਡਾ ਸਮਾਨ ਬਣਾਉਂਦਾ ਸਭ ਕੋਈ ਲੈਂਦਾ ਬਟ ਮੇਨ ਹੈ ਮਾਰਕੀਟਿੰਗ ਬਣਾਉਣਾ। ਮਾਰਕੀਟਿੰਗ ਜਦ ਤੱਕ ਬਣੂਗੀ ਨਹੀਂ ਤੁਸੀਂ ਕੰਮ ਨਹੀਂ ਕਰ ਸਕਦੇ। ਮੈਨੇਜਿੰਗ ਫਾਈਨਾਂਸ ਆਫ ਦੀ ਬਿਜ਼ਨਸ। ਬਿਜ਼ਨਸ ਦੇ ਵਿੱਚ ਫਾਈਨਾਂਸ ਨੂੰ ਵੀ ਮੈਨੇਜ ਕਰਨਾ ਇੰਟਰਪ੍ਰੀਨਿਓਰਸ਼ਿਪ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੰਟਰਪ੍ਰੀਨਿਓਰ ਪਰਸਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਪੈਸਾ ਲਗਾਓ ਕੰਮ ਚੱਲ ਪੂਗਾ। ਉਸ ਪੈਸੇ ਨੂੰ ਤੁਸੀਂ ਮੈਨੇਜ ਕਿੱਦਾਂ ਕਰੋਗੇ। ਅਗਰ ਸਾਰਾ ਕੁਝ ਹੀ ਉਧਾਰ ਤੇ ਦਿੰਦੇ ਰਹੇ ਉਹ ਪੈਸਾ ਵਾਪਸ ਨਹੀਂ ਆਉਣਾ, ਤੁਹਾਡੇ ਕੋਲ ਨੈਕਸਟ ਕੰਮ ਕਰਨ ਲਈ ਪੈਸਾ ਨਹੀਂ ਹੋਣਾ, ਤਾਂ ਇਹਨਾਂ ਚੀਜ਼ਾਂ ਨੂੰ ਮੈਨੇਜ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਚੈਲੰਜਸ ਇਨ ਦੀ ਫੀਲਡ ਆਫ ਪ੍ਰੋਡਕਸ਼ਨਸ। ਪ੍ਰੋਡਕਸ਼ਨ ਦੇ ਵਿੱਚ ਵੀ ਕਾਫੀ ਜ਼ਿਆਦਾ ਚੈਲੰਜਸ ਹੁੰਦੇ ਨੇ, ਕਿਉਂਕਿ ਪ੍ਰੋਡਕਸ਼ਨ ਕੋਈ ਸਿੰਗਲ ਬੇਸ ਨਾਲ ਨਹੀਂ ਹੋ ਜਾਂਦੀ, ਕਾਫੀ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ, ਉਹਨਾਂ ਚੀਜ਼ਾਂ ਨੂੰ ਵੀ ਡੀਲ ਕਰਨਾ ਪੈਂਦਾ ਇੰਟਰਪ੍ਰੀਨਿਓਰ ਨੂੰ। ਬੈਲੈਂਸਿੰਗ ਇਕਨੋਮਿਕ ਐਂਡ ਸੋਸ਼ਲ ਆਬਜੈਕਟਿਵ। ਇਕਨੋਮਿਕ ਆਬਜੈਕਟਿਵ ਵੀ ਜਿਹੜੇ ਕੰਪਨੀ ਦੇ ਆਪਣੇ ਹੁੰਦੇ ਨੇ ਪਲੱਸ ਸੋਸ਼ਲ ਆਬਜੈਕਟਿਵ ਵੀ, ਇਹਨਾਂ ਦੋਨਾਂ ਦੇ ਵਿੱਚ ਬੈਲੈਂਸ ਬਣਾ ਕੇ ਰੱਖਣਾ ਵੀ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਕਰਦੀਆਂ, ਕਿਉਂਕਿ ਜਿਹੜੇ EMPLOYEES ਤੁਹਾਡੇ ਨਾਲ ਜੁੜਨਗੇ ਉਹਨਾਂ ਦੇ ਵੀ ਆਪਣੇ ਆਬਜੈਕਟਿਵ ਹੁੰਦੇ ਨੇ, ਉਹ ਸਾਰੇ ਆਬਜੈਕਟਿਵ ਸੋਸ਼ਲ ਆਬਜੈਕਟਿਵ ਮੰਨੇ ਜਾਂਦੇ ਨੇ ਕਿ ਤੁਸੀਂ ਆਪਣੇ ਆਬਜੈਕਟਿਵ ਤਾਂ ਕੰਪਲੀਟ ਕਰਨੇ ਨੇ, ਪ੍ਰੋਫਿਟ ਵੀ ਕਮਾਉਣਾ ਹੈ, ਬਿਜ਼ਨਸ ਵੀ ਅੱਗੇ ਲੈ ਕੇ ਜਾਣਾ ਹੈ, ਪਲੱਸ ਜਿਹੜੇ ਪਰਸਨ ਨਾਲ ਜੁੜੇ ਹੋਏ ਨੇ ਉਹਨਾਂ ਦੇ ਆਬਜੈਕਟਿਵ ਵੀ ਤੁਹਾਨੂੰ ਦੇਖਣੇ ਪੈਂਦੇ ਨੇ, ਕਿਉਂਕਿ ਉਹਨਾਂ ਦੋਨਾਂ 'ਚ ਬੈਲੈਂਸ ਬਣਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ। ਤਾਂ ਇਹ ਸਾਰੀਆਂ ਪ੍ਰੋਬਲਮਸ ਨੇ ਇੱਕ ਇੰਟਰਪ੍ਰੀਨਿਓਰ ਲਈ ਜਦੋਂ ਇੰਡੀਆ ਦੇ ਵਿੱਚ ਉਹ ਬਿਜ਼ਨਸ ਕਰਦਾ ਹੈ।